ਸਤਿ ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੀਟੀਸੀ ਪੰਜਾਬੀ ਕੈਨੇਡਾ ਦੇ ਸ਼ੋਅ ਦਾ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ। ਆਪਣੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜਦੋਂ ਤੁਸੀਂ ਫਾਈਲ ਲਗਾ ਦਿੰਦੇ ਹੋ ਤੇ ਅਗਰ ਉਹ ਰਿਜੈਕਟ ਹੋ ਜਾਂਦੀ ਹੈ ਜਾਂ ਉਹਦੇ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਤੁਸੀਂ ਕੀ ਅਪੀਲ ਕਰ ਸਕਦੇ ਹੁੰਦੇ ਹੋ। ਅਗਰ ਤੁਸੀਂ ਅਪੀਲ ਕਰ ਸਕਦੇ ਹੋ ਤਾਂ ਉਹ ਅਪੀਲ ਕਿਵੇਂ ਕਰਨੀ ਹੁੰਦੀ ਹੈ ਔਰ ਕਿਹਦੇ ਤੋਂ ਕਰਨੀ ਹੁੰਦੀ ਹੈ। ਇਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਅੱਜ ਜੁੜੇ ਨੇ ਸਾਡੇ ਇਮੀਗ੍ਰੇਸ਼ਨ ਮਾਹਰ ਨੇ ਨੰਦਾ ਐਂਡ ਐਸੋਸੀਏਟ ਲਾਇਰਸ ਤੋਂ ਮਨਦੀਪ ਚੌਧਰੀ ਜੀ। ਬਹੁਤ-ਬਹੁਤ ਸਵਾਗਤ ਹੈ ਮਨਦੀਪ ਜੀ ਤੁਹਾਡਾ। ਥੈਂਕ ਯੂ ਜੀ। ਜਿਵੇਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਆਪਣੇ ਗੱਲਬਾਤ ਕੀਤੀ ਸੀਗੀ ਕਿ ਜਦੋਂ ਤੁਹਾਡੀਆਂ ਫਾਈਲਸ ਲੱਗਦੀਆਂ ਨੇ ਤਾਂ ਕਾਫੀ ਸਾਰੇ ਆਬਜੈਕਸ਼ਨ ਨੇ ਜਿਹੜੇ ਉਹਦੇ ਤੇ ਆ ਸਕਦੇ ਹੁੰਦੇ ਨੇ, ਕਦੀ ਫਾਈਨੈਂਸ਼ੀਅਲ ਹੁੰਦੇ ਨੇ, ਕਦੀ ਤੁਹਾਡੇ ਕ੍ਰਿਮੀਨਲ ਚਾਰजेस ਹੁੰਦੇ ਨੇ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਗਰ ਉਹ ਆਬਜੈਕਸ਼ਨ ਲੱਗ ਜਾਂਦੇ ਨੇ ਤਾਂ ਕੀ ਤੁਸੀਂ ਅਪੀਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਅਪੀਲ ਹੁੰਦੀ ਕੀ ਚੀਜ਼ ਹੈ। ਇਮੀਗ੍ਰੇਸ਼ਨ ਅਪੀਲ ਬੇਸਿਕਲੀ ਇੱਕ ਸਿੰਪਲ ਰੀਜ਼ਨ ਕਰਕੇ ਹੁੰਦੀ ਹੈ ਕਿ ਤੁਹਾਨੂੰ ਜੋ ਡਿਸੀਜਨ ਇਮੀਗ੍ਰੇਸ਼ਨ ਨੇ ਦਿੱਤਾ ਹੈ ਯੂ ਆਰ ਅਨਹੈਪੀ ਹੋ, ਤੁਸੀਂ ਖੁਸ਼ ਨਹੀਂ ਉਸ ਡਿਸੀਜਨ ਤੋਂ ਤੇ ਤੁਸੀਂ ਲੁਕਿੰਗ ਫॉर ਅ ਡਿਫਰੈਂਟ ਆਊਟਕਮ। ਜੋ ਅਪੀਲ ਹੈਗੀ ਹੈ, ਜੋ ਮੈਜੋਰਿਟੀ ਆਫ ਅਪੀਲ ਹੈਗੀ ਹੈ, ਡਿਪੈਂਡਿੰਗ ਅਪਨ ਤੁਹਾਡੀ ਐਪਲੀਕੇਸ਼ਨ ਕਿਹੋ ਜਿਹੀ ਹੈ, ਇਮੀਗ੍ਰੇਸ਼ਨ ਕੈਨੇਡਾ ਨੇ ਉਹਨੂੰ ਡਿਫਰੈਂਟ ਅਪੀਲਸ 'ਚ ਡਿਵਾਈਡ ਕੀਤਾ ਹੈ। ਜੋ ਸਭ ਤੋਂ ਮੇਨ ਜ਼ਿਆਦਾ ਅਪੀਲ ਕੀਤੀ ਜਾਂਦੀ ਹੈ ਉਹ ਕਹਿੰਦੀ ਹੈ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਤੇ IAD ਕਹਿੰਦੇ ਉਹਨੂੰ। ਦੂਜੀ ਹੁੰਦੀ ਹੈ ਇਮੀਗ੍ਰੇਸ਼ਨ ਡਿਵੀਜ਼ਨ। ਤੀਜੀ ਜੋ ਹੁੰਦੀ ਹੈ ਫੈਡਰਲ ਕੋਰਟ 'ਚ ਤੁਸੀਂ ਜਾ ਸਕਦੇ ਹੋ। ਅਗਰ ਤੁਸੀਂ ਰਿਫਿਊਜੀ ਐਪਲੀਕੇਸ਼ਨ ਲਾਈ ਹੈ ਤੇ ਰਿਫਿਊਜੀ 'ਚ ਸਭ ਤੋਂ ਪਹਿਲਾਂ ਹੁੰਦੀ ਹੈ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ। ਜੋ ਉਹਦਾ ਡਿਸੀਜਨ ਅਗਰ ਤੁਸੀਂ ਅਪੀਲ ਕਰਨਾ ਹੈ ਤੁਸੀਂ ਜਾਂਦੇ ਹੋ ਰਿਫਿਊਜੀ ਅਪੀਲ ਡਿਵੀਜ਼ਨ। ਸੋ ਓਵਰਆਲ ਡਿਵਾਈਡ ਕਰ ਰੱਖਿਆ ਹੈ, ਰਿਫਿਊਜੀ ਇਜ਼ ਟੋਟਲੀ ਡਿਫਰੈਂਟ ਤੇ ਰੈਸਟ ਆਫ ਦਾ ਇਮੀਗ੍ਰੇਸ਼ਨ ਨੂੰ ਅਲੱਗ ਤੋਂ ਡਿਵਾਈਡ ਕਰ ਰੱਖਿਆ। ਜੀ ਮਨਦੀਪ ਜੀ, ਔਰ ਜਿਹੜੀ ਅਪੀਲ ਹੈ ਇਹ ਪਰਮਾਨੈਂਟ ਰੈਜ਼ੀਡੈਂਟਸ ਕਰ ਸਕਦੇ ਨੇ, ਟੈਂਪਰੇਰੀ ਰੈਜ਼ੀਡੈਂਟਸ ਕਰ ਸਕਦੇ ਨੇ, ਕਿਹੜੇ ਕੇਸਿਸ ਦੇ ਵਿੱਚ ਇਹ ਖਾਸ ਕਰਕੇ ਹੁੰਦੀ ਹੈ। ਇਹ ਬਹੁਤ ਵਧੀਆ ਕੁਐਸਚਨ ਕੀਤਾ ਹੈ ਜੀ। ਬੇਸਿਕਲੀ ਡਿਪੈਂਡਿੰਗ ਅਪਨ ਕਿ ਤੁਸੀਂ ਪਰਮਨੈਂਟ ਰੈਜ਼ੀਡੈਂਸ ਹੋ, ਤੁਸੀਂ ਟੈਂਪਰੇਰੀ ਰੈਜ਼ੀਡੈਂਸ ਹੋ, ਤੁਹਾਡੀ ਅਪੀਲ ਜੋ ਰਾਈਟ ਤੁਹਾਡੇ ਕੋਲ ਹੈਗੇ ਆ, ਪਰ ਉਹ ਕਿੱਥੇ ਅਪੀਲ ਕਰਨੀ ਹੈ ਉਹ ਡਿਫਰੈਂਟ ਹੁੰਦੀ ਹੈ। ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈਂਦਾ ਕਿ ਅਗਰ ਤੁਸੀਂ ਵਿਜ਼ਟਰ ਵੀਜ਼ਾ ਤੁਸੀਂ ਅਪਲਾਈ ਕੀਤਾ ਹੈ, ਤੁਸੀਂ ਬੈਕ ਫਰੋਮ ਇੰਡੀਆ ਤੋਂ ਅਪਲਾਈ ਕੀਤਾ, ਤੁਸੀਂ ਉਸ ਡਿਸੀਜਨ ਤੁਹਾਨੂੰ ਨੈਗੇਟਿਵ ਆਇਆ, ਤੁਸੀਂ ਉਹਦੇ ਰਿਗਾਰਡਿੰਗ ਖੁਸ਼ ਨਹੀਂ ਹੋ, ਤੇ ਤੁਸੀਂ ਕੀ ਕਰ ਸਕਦੇ ਹੋ, ਉਹਨੂੰ ਅਪੀਲ ਕਰ ਸਕਦੇ ਹੋ। ਪਰ ਉਹ ਅਪੀਲ ਕਿੱਥੇ ਜਾਏਗੀ ਫੈਡਰਲ ਕੋਰਟ 'ਚ, ਠੀਕ ਹੈ, ਲਾਸਟ ਆਪਸ਼ਨ ਤੇ। ਪਰ ਅਗਰ ਤੁਸੀਂ ਸੇਮ ਥਿੰਗ ਅਗਰ ਤੁਸੀਂ ਆਪਣੇ ਸਪਾਊਸ ਨੂੰ ਇੰਡੀਆ ਤੋਂ ਬੁਲਾ ਰਹੇ ਹੋ ਤੇ ਉਹ ਤੁਸੀਂ ਡਿਸੀਜਨ ਤੇ ਖੁਸ਼ ਨਹੀਂ ਹੋ, ਡਿਸੀਜਨ ਨੈਗੇਟਿਵ ਆਇਆ, ਤੇ ਤੁਸੀਂ ਸਭ ਤੋਂ ਪਹਿਲਾਂ ਐਜ਼ ਅ ਪਰਮਨੈਂਟ ਰੈਜ਼ੀਡੈਂਟ ਤੁਹਾਡੇ ਕੋਲ ਰਾਈਟ ਹੈਗਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਤੇ ਜਾਣ ਦੀ। ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਤੁਹਾਡੀ ਹੀਅਰਿੰਗ ਕਰੇਗਾ। ਅਗਰ ਉਹ ਤੋਂ ਵੀ ਨਾ ਖੁਸ਼ ਹੁੰਦੇ ਦੈਨ ਤੁਸੀਂ ਫੈਡਰਲ ਕੋਰਟ 'ਚ ਜਾਂਦੇ ਹੋ। ਫੈਡਰਲ ਕੋਰਟ ਜੋ ਹੈਗੀ ਉਹ ਲਾਸਟ ਆਪਸ਼ਨ ਹੈਗੀ ਹੈ। ਅਗਰ ਫੈਡਰਲ ਕੋਰਟ 'ਚ ਡਿਨਾਈ ਹੋ ਜਾਂਦੀ ਹੈ ਦੈਟ ਮੀਨ ਮੈਟਰ ਇਜ਼ ਕਲੋਜ਼, ਤੁਸੀਂ ਹੋਰ ਅਪੀਲ ਨਹੀਂ ਕਰ ਸਕਦੇ। ਜੀ, ਜਿਵੇਂ ਤੁਸੀਂ ਸਪਾਂਸਰਸ਼ਿਪ ਦੀ ਗੱਲ ਕੀਤੀ, ਅਸੀਂ ਬਹੁਤ ਵਾਰੀ ਦੇਖਦੇ ਹਾਂ ਕਿ ਸਪਾਊਸ ਵੀਜ਼ਾ ਦੇ ਉੱਤੇ ਕਦੀ ਰਿਲੇਸ਼ਨਸ਼ਿਪ ਜੈਨੂਅਨ ਨਹੀਂ ਹੈ ਜਾਂ ਕਦੀ ਫਾਈਨੈਂਸਿਸ ਪੂਰੇ ਨਹੀਂ ਹੈ ਕਰਕੇ ਜਿਹੜੇ ਆਬਜੈਕਸ਼ਨਸ ਨੇ ਫਾਈਲ ਦੇ ਵਿੱਚ ਲੱਗਦੇ ਨੇ। ਤਾਂ ਜੇ ਮੰਨ ਲਓ ਕਿ ਕਿਸੇ ਦਾ ਸਪਾਊਸ ਵੀਜ਼ਾ ਜਿਹੜਾ ਹੈ ਉਹ ਰਿਜੈਕਟ ਹੋ ਚੁੱਕਿਆ ਤੇ ਉਹਨਾਂ ਨੇ ਅਪੀਲ ਕਰਨੀ ਹੈ, ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਸੀਡ ਕਰਨਾ ਚਾਹੀਦਾ, ਪਹਿਲੇ ਸਟੈਪ ਤੋਂ ਲੈ ਕੇ ਅੱਗੇ ਉਹਨਾਂ ਨੇ ਕਿਵੇਂ ਵਧਣਾ ਹੈ, ਕੀ ਉਹਦੇ ਸਟੈਪਸ ਨੇ ਔਰ ਕਿੰਨਾ ਗੱਲਾਂ ਦਾ ਉਹਨਾਂ ਨੇ ਧਿਆਨ ਰੱਖਣਾ। ਓਕੇ ਜੀ, ਦੋ ਸਿਨੈਰੀਓ ਜੀ। ਪਹਿਲਾਂ ਮੈਂ ਸਿਨੈਰੀਓ ਲੈਂਦਾ ਕਿ ਕੋਈ ਟੈਂਪਰੇਰੀ ਰੈਜ਼ੀਡੈਂਟ ਤੇ ਹੈਗਾ, ਜਿੱਦਾਂ ਅਗਰ ਸਟੂਡੈਂਟ ਹੈਗਾ ਜਾਂ ਵਰਕ ਪਰਮਿਟ ਤੇ ਹੈਗਾ, ਉਹ ਬੈਕ ਹੋਮ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੇ ਆ ਵਰਕ ਪਰਮਿਟ ਤੇ। ਅਗਰ ਉਹ ਵਰਕ ਪਰਮਿਟ ਤੇ ਬੁਲਾਉਣਾ ਚਾਹੁੰਦੇ, ਉਹਨਾਂ ਦੀ ਐਪਲੀਕੇਸ਼ਨ ਇੰਡੀਅਨ ਆਫਿਸ 'ਚ ਲੱਗੀ ਹੈ, ਉਹਨਾਂ ਨੇ ਰਿਜੈਕਟ ਕਰਤੀ ਹੈ, ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ ਬਟ ਟੂ ਅ ਫੈਡਰਲ ਕੋਰਟ, ਕਿਉਂਕਿ ਤੁਸੀਂ ਟੈਂਪਰੇਰੀ ਬੇਸਿਸ ਤੇ ਹੋ ਤੇ ਤੁਸੀਂ ਫੈਡਰਲ ਕੋਰਟ 'ਚ ਤੁਸੀਂ ਅਪੀਲ ਕਰੋਗੇ। ਅਗਰ ਦੂਜਾ ਸਿਨੈਰੀਓ ਹੈਗਾ ਕਿ ਤੁਸੀਂ ਪਰਮਨੈਂਟ ਰੈਜ਼ੀਡੈਂਸ ਤੇ ਕੈਨੇਡੀਅਨ ਹੋ ਅਤੇ ਤੁਸੀਂ ਆਪਣੇ ਸਪਾਊਸ ਨੂੰ ਬੁਲਾਉਣਾ ਹੈ ਬੈਕ ਹੋਮ ਇੰਡੀਆ ਤੋਂ, ਤੇ ਡਿਊ ਟੂ ਰਿਲੇਸ਼ਨਸ਼ਿਪ ਜੈਨੂਇਨਨੈਸ ਦੀ ਜਾਂ ਕੋਈ ਵੀ ਰੀਜ਼ਨਸ ਕਰਕੇ ਇਮੀਗ੍ਰੇਸ਼ਨ ਕੈਨੇਡਾ ਨੇ ਤੁਹਾਡੀ ਐਪਲੀਕੇਸ਼ਨ ਡਿਨਾਈ ਕਰਤੀ ਹੈ, ਤੁਹਾਡੇ ਕੋਲ 60 ਡੇਜ਼ ਦਾ ਰਾਈਟ ਹੈਗਾ ਅਪੀਲ ਕਰਨ ਦਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਤੇ। ਜੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਹੈਗੀ ਉਹ ਕੈਨੇਡਾ 'ਚ ਹੈਗੀ ਹੈ। ਡਿਪੈਂਡਿੰਗ ਅਪਨ ਇਹਨਾਂ ਨੇ ਜ਼ੋਨ ਡਿਵਾਈਡ ਕਰ ਰੱਖੇ ਹੈ, ਪ੍ਰੋਵਿੰਸ ਟੂ ਪ੍ਰੋਵਿੰਸ, ਇਹ 3 ਜ਼ੋਨ 'ਚ ਡਿਵਾਈਡ ਹੋ ਰੱਖੀ ਹੈ। ਉਹਦੇ ਅਕੋਰਡਿੰਗਲੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਜੋ ਰਾਈਟ ਹੁੰਦਾ ਹੈ ਇਹ ਟਾਈਮ ਬਾਉਂਡ ਹੁੰਦਾ ਹੈ। ਫੈਡਰਲ ਕੋਰਟ 'ਚ ਪਹਿਲੇ ਸਿਨੈਰੀਓ 'ਚ ਤੁਹਾਡੇ ਕੋਲ 60 ਡੇਜ਼ ਹੈਗੇ ਬਿਕੋਜ਼ ਇਟਸ ਆਊਟਸਾਈਡ ਕੈਨੇਡਾ। ਤੁਸੀਂ 60 ਦਿਨ ਦੇ ਅੰਦਰ ਤੁਹਾਨੂੰ ਅਪੀਲ ਲਾਣੀ ਪੈਂਦੀ ਹੈ ਫੈਡਰਲ ਕੋਰਟ 'ਚ। ਸੇਮ ਥਿੰਗ ਵਿਦ IAD, ਜੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਹੈ, ਤੁਹਾਡੇ ਕੋਲ 60 ਡੇਜ਼ ਹੈਗੇ ਵਿਦਨ ਵਿਚ ਤੁਹਾਨੂੰ ਅਪੀਲ ਐਪਲੀਕੇਸ਼ਨ ਲਾਣੀ ਪੈਂਦੀ ਹੈ ਇਨ ਆਰਡਰ ਟੂ ਸਟਾਰਟ ਦ ਪ੍ਰੋਸੈਸ। ਜੀ ਮਨਦੀਪ ਜੀ, ਜਿਵੇਂ ਤੁਸੀਂ ਦੱਸਿਆ ਕਿ ਟਾਈਮ ਬਾਉਂਡ ਹੁੰਦੀਆਂ ਨੇ ਚੀਜ਼ਾਂ, ਤੇ ਅਸੀਂ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਅੱਜ ਕੋਰਟਸ ਵੀ ਬੰਦ ਨੇ ਔਰ ਕਾਫੀ ਸਾਰੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਉਹ ਵੀ ਬੰਦ ਨੇ। ਮੰਨ ਲਓ ਕਿ ਕਿਸੇ ਦਾ 60 ਦਿਨਾਂ ਦਾ ਟਾਈਮ ਜਾਂ ਟਾਈਮ ਜਿਹੜਾ ਹੈ ਉਹ ਖਤਮ ਹੋ ਰਿਹਾ,
ਤਾਂ ਉਹਨਾਂ ਨੇ ਅਪੀਲ ਵੀ ਲਗਾਉਣੀ ਸੀ, ਤਾਂ ਕੀ ਹੁਣ ਅਪੀਲਾਂ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ? ਅਗਰ ਨਹੀਂ ਲੱਗ ਰਹੀਆਂ ਤਾਂ ਕੀ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਆ ਮਿਲ ਰਹੀ ਹੈ? ਵੈਰੀ ਗੁੱਡ ਕੁਐਸਚਨ ਹੈ ਜੀ। ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਾਂਗਾ ਕਿ ਜੀ ਫੈਡਰਲ ਕੋਰਟ ਸਟਿਲ ਐਕਸੈਪਟ ਕਰ ਰਹੀ ਹੈ ਅਪੀਲਸ। ਤੁਸੀਂ ਆਨਲਾਈਨ ਉਹਨਾਂ ਦੇ ਵਰਜ਼ਨ ਤੋਂ ਆਨਲਾਈਨ ਐਪਲੀਕੇਸ਼ਨ ਪੋਰਟਲ ਤੋਂ ਤੁਸੀਂ ਅਪੀਲ ਸਬਮਿਟ ਕਰ ਸਕਦੇ ਹੋ। ਇੱਕ ਐਗਜ਼ੈਂਪਸ਼ਨ ਉਹਨਾਂ ਨੇ ਦਿੱਤੀ ਹੈ ਕਿ ਸਟੈਪ ਬਾय ਸਟੈਪ ਤੁਹਾਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ, ਬਟ ਇਨ ਆਰਡਰ ਟੂ ਸਟਾਰਟ ਦਾ ਪ੍ਰੋਸੀਡਿੰਗ ਯੂ ਹੈਵ 60 ਡੇਜ਼। ਤੁਸੀਂ 60 ਡੇਜ਼ ਤੋਂ ਓਵਰ ਐਗਜ਼ੈਂਪਸ਼ਨ ਨਹੀਂ ਲੈ ਸਕਦੇ unless you have a very very specific reason ਕਿ ਤੁਹਾਡੇ ਕੰਟਰੀ 'ਚ ਬਿਲਕੁਲ ਲਾਕਡਾਊਨ ਹੋ ਰੱਖਿਆ ਹੈ, certain things ਤੁਸੀਂ ਐਕਸੈਸ ਨਹੀਂ ਕਰ ਸਕਦੇ, then only ਤੁਸੀਂ ਇੱਕ ਐਕਸਕਿਊਜ਼ ਲੈ ਸਕਦੇ। ਦੂਜੀ ਥਿੰਗ ਰਹੇਗੀ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੀ। ਇਹਦੇ 'ਚ ਵੀ ਸੇਮ ਥਿੰਗ, ਤੁਹਾਨੂੰ ਫੈਕਸ ਕਰਕੇ ਉਹਨਾਂ ਨੂੰ ਨੋਟੀਫਾਈ ਕਰ ਸਕਦੇ ਹੋ। ਸਟਿਲ ਜੋ ਹੈਗਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਈਵਨ ਕੋਵਿਡ-19 ਕਰਕੇ ਕੋਰਟਸ ਬੰਦ ਹੈਗੀ ਹੈ, ਬਟ ਸਟਿਲ ਦੇ ਪ੍ਰੋਸੈਸਿੰਗ ਉਹਨਾਂ ਦੀ ਐਪਲੀਕੇਸ਼ਨ ਨਾਰਮਲ ਵੇ ਤੇ ਚੱਲ ਰਹੀ ਹੈ, ਪਰ ਉਹ ਪਬਲਿਕ ਵਾਸਤੇ ਓਪਨ ਨਹੀਂ ਹੈ। ਸੇਮ ਥਿੰਗ ਵਿਦ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਉਹ ਪਬਲਿਕ ਵਾਸਤੇ ਓਪਨ ਨਹੀਂ ਹੈ, ਬਟ ਦੇ ਸਟਿਲ ਪ੍ਰੋਸੈਸਿੰਗ ਦਾ ਐਪਲੀਕੇਸ਼ਨ, ਦੇ ਸਟਿਲ ਡੂਇੰਗ ਸਟੈਪ ਬਾय ਸਟੈਪ। ਬਟ ਇਹ ਹੈ ਕਿ ਟਾਈਮ ਥੋੜਾ ਜਿਹਾ, ਵਨਸ ਤੁਹਾਡਾ ਟਾਈਮ ਸਬਮਿਟ ਕਰਤੀ ਅਪੀਲ, ਉਹਦੀ ਕੋਈ ਐਗਜ਼ੈਂਪਸ਼ਨ ਨਹੀਂ ਲੈਣੀ। ਮੈਂ ਆਪਣੇ ਕਲਾਇੰਟ ਜਿੰਨੇ ਵੀ ਸ਼ਰੋਤਾ ਹੈਗੇ, ਆਪਣੇ ਜਿੰਨੇ ਵੀ ਆਪਣਾ ਵਿਊਅਰਸ ਹੈਗੇ ਲਿਸਨ ਕਰ ਰਹੇ ਆਪਣੇ ਪ੍ਰੋਗਰਾਮ ਨੂੰ, ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਤੁਸੀਂ ਤੁਹਾਡੇ 60 ਡੇਜ਼ ਓਵਰ ਹੋ ਰਹੇ ਹੈ ਤੇ ਤੁਸੀਂ ਕੋਵਿਡ-19 ਦਾ ਐਕਸਕਿਊਜ਼ ਲਓ ਕਿ ਹਾਂਜੀ ਇਸ ਕਰਕੇ ਮੈਂ ਰੀਜ਼ਨ ਫਾਈਲ ਨਹੀਂ ਕੀਤਾ। ਮੇਰੀ ਅਗੇਨ ਰਿਕੁਐਸਟ ਹੋਏਗੀ ਕਿ ਅਗਰ ਇਹੋ ਜੀ ਕੋਈ ਵੀ ਸਿਚੁਏਸ਼ਨ ਹੈ, ਸਪੈਸ਼ਲੀ ਫॉर ਫੈਡਰਲ ਕੋਰਟ ਸਿਰਫ ਲਾਇਰਸ ਅਲਾਉਡ ਹੈਗੇ ਆ ਅਪੀਲ ਕਰਨ ਵਾਸਤੇ। ਤੁਸੀਂ ਇੱਕ ਕੁਆਲੀਫਾਈਡ ਲਾਇਰ ਨੂੰ ਕਨਫਰਮ ਕਰੋ, ਬਟ ਆਈਆਈਡੀ ਵਾਸਤੇ ਲਾਇਰਸ ਐਜ਼ ਵੈਲ ਐਜ਼ ਰਜਿਸਟਰਡ ਜੋ ਆਪਣੇ ਕੰਸਲਟੈਂਟ ਹੈਗੇ ਉਹ ਤੁਸੀਂ ਅਸਿਸਟ ਕਰਨ, ਬਟ ਇਹਦਾ ਅਸਿਊਮ ਨਾ ਕਰਨ ਕਿ ਬਿਕਾਜ਼ ਆਫ ਦਾ ਕੋਵਿਡ-19 ਉਹਨਾਂ ਨੂੰ ਕੋਈ ਰਿਆਤ ਮਿਲੇਗੀ ਇਸ ਚੀਜ਼। ਜੀ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਅਪੀਲ ਹੁਣ ਜਿਹੜੀ ਹੈ ਆਨਲਾਈਨ ਜਾ ਕੇ ਕਰ ਦੇਣੀ ਚਾਹੀਦੀ ਹੈ, ਚਾਹੇ ਟਾਈਮ ਲੱਗ ਰਿਹਾ ਜਾਂ ਜੋ ਵੀ ਰੀਜ਼ਨਸ ਨੇ। ਮੰਨ ਲਓ ਕਿ ਕਿਸੇ ਨੇ ਆਨਲਾਈਨ ਅਪੀਲ ਕਰ ਦਿੱਤੀ ਹੈ, ਅਗਰ ਉਹ ਇੱਥੇ ਹੈ ਔਰ ਉਹਨਾਂ ਦੀ ਇੱਥੇ ਕੋਈ ਪ੍ਰੋਬਲਮ ਉਹਨਾਂ ਨੂੰ ਆਈ ਹੈ ਔਰ ਉਹਨਾਂ ਨੇ ਉਹਦੇ ਲਈ ਅਪੀਲ ਕੀਤੀ ਹੈ, ਤਾਂ ਕੀ ਉਹ ਜਿਹੜੇ 60 ਦਿਨ ਦੇ ਵਿੱਚ ਅਗਰ ਉਹਨਾਂ ਨੂੰ ਰਿਪਲਾਈ ਬੈਕ ਨਹੀਂ ਆ ਰਿਹਾ, ਤਾਂ ਮੰਨ ਲਓ ਕਿਸੇ ਨੂੰ ਕਈ ਵਾਰੀ ਕੀ ਹੁੰਦਾ ਕਿ ਇੱਥੇ ਵਾਪਸੀ ਦਾ ਆਰਡਰ ਹੋ ਜਾਂਦਾ ਹੈ, ਜਾਂ ਕੋਈ ਵੱਡੀ ਕੋਈ ਜਿਹੜੀ ਹੈ ਚੀਜ਼ ਉਹਨਾਂ ਨੂੰ ਕੋਈ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ ਰੁਕ ਨਹੀਂ ਸਕਦੇ, ਜਾਂ ਫਿਰ ਜੇ ਇੱਦਾਂ ਦਾ ਕੋਈ ਕੇਸ ਹੁੰਦਾ ਹੈ ਤਾਂ ਕੀ ਉਹ ਅਪੀਲ ਕਰਨ ਤੋਂ ਬਾਅਦ ਇੱਥੇ ਰੁਕ ਸਕਦੇ ਨੇ? ਕਿਉਂਕਿ ਅਗਰ ਟਾਈਮ ਜ਼ਿਆਦਾ ਲੱਗ ਰਿਹਾ ਤਾਂ ਚਾਂਸਸ ਨੇ ਕਿ ਉਹਨਾਂ ਨੂੰ ਇੱਥੇ ਰਹਿਣ ਦਾ ਟਾਈਮ ਵੀ ਘੱਟ ਮਿਲਿਆ ਹੋਏਗਾ। ਓਕੇ, ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਜੀ, ਪਰ ਬੇਸਿਕਲੀ ਮੈਂ ਕਲੈਰੀਫਾਈ ਕਰਦਾ ਕਿ ਜਦ ਵੀ ਤੁਹਾਡੇ ਕੋਲ ਅਪੀਲ ਲਾਣ ਦਾ 60 ਡੇਜ਼ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਰੈਜ਼ੋਲੂਸ਼ਨ 60 ਡੇਜ਼ 'ਚ ਆਏਗਾ। ਇਹ ਸਟਾਰਟ ਕਰਨ ਵਾਸਤੇ ਪ੍ਰੋਸੀਡਿੰਗ ਹੈ। ਤੇ ਜੋ ਸੈਕੰਡ ਤੁਸੀਂ ਮੈਨੂੰ ਕੁਐਸਚਨ ਕਿਹਾ ਸੀ ਕਿ ਇਨ ਕੇਸ ਕਿਸੇ ਨੂੰ ਡੈਪੂਟੇਸ਼ਨ ਆਰਡਰ ਲੱਗ ਗਿਆ ਹੈ ਤੇ ਦੈਨ ਅਗਰ ਤੁਸੀਂ ਅਪੀਲ ਕਰਦੇ ਹੋ ਤਾਂ ਆਟੋਮੈਟਿਕਲੀ ਫ੍ਰੀਜ਼ ਹੋ ਜਾਏਗੀ ਅਪੀਲ। ਨਹੀਂ, ਇਹਦੇ ਵਾਸਤੇ ਵੀ ਸਪੈਸੀਫਿਕ ਰੀਜ਼ਨਸ ਹੈਗੇ ਆ। ਰੈਫਿਊਜੀ ਪ੍ਰੋਟੈਕਸ਼ਨ 'ਚ ਯੈਸ ਆਟੋਮੈਟਿਕਲੀ ਤੁਹਾਡੇ ਕੋਲ ਸਟੇ ਆਫ ਆਰਡਰ ਹੋ ਜਾਂਦਾ ਹੈ, ਬਟ ਅਗਰ ਕੋਈ ਹੋਰ ਰੀਜ਼ਨ ਹੈਗੇ ਜਿਹਦੇ 'ਚ ਬਹੁਤ ਵੈਰਾਈਟੀਜ਼ ਆਫ ਕੇਸਿਸ ਹੈਗੇ ਆ, ਐਜ਼ ਆਈ ਮੈਂਸ਼ਨ ਯੂ, ਹਰ ਕੇਸ ਯੂਨੀਕ ਹੈਗਾ। ਮੈਂ ਅਗੇਨ ਰਿਕੁਐਸਟ ਕਰਾਂਗਾ ਕੋਈ ਵੀ ਜੋ ਵੀ ਵਿਊਅਰ ਆਪਣੇ ਹੈਗੇ ਜੋ ਇਨਫੋਰਮੇਸ਼ਨ ਇਸ ਪ੍ਰੋਗਰਾਮ ਤੋਂ ਲੈ ਰਹੇ ਹੈ, ਅਜ਼ਿਊਮ ਨਾ ਕਰਨ, ਕੁਆਲੀਫਾਈਡ ਲਾਇਰ ਨੂੰ ਕੰਟੈਕਟ ਕਰਨ ਕਿ ਉਹਨਾਂ ਨੂੰ ਅਪੀਲ ਲਾਣ ਤੋਂ ਬਾਅਦ ਉਹਨਾਂ ਦੀ ਸਟੇ ਮਿਲ ਸਕਦੀ ਹੈ ਕਿ ਨਹੀਂ। ਅਦਰਵਾਈਜ਼ ਇਹਦੇ ਵਾਸਤੇ ਇੱਕ ਸਪੈਸ਼ਲ ਤੁਹਾਨੂੰ ਇਮੋਸ਼ਨ ਲਾਣਾ ਪੈਂਦਾ ਜਿਹਦੇ ਬੇਸਿਸ ਤੇ ਤੁਸੀਂ ਸਟੇ ਲੈਂਦੇ ਹੋ ਪ੍ਰੋਸੀਡਿੰਗ ਤੋਂ। ਕਰੰਟਲੀ ਐਜ਼ ਆਫ ਰਾਈਟ ਨਾਓ CBSA ਨੇ ਇੱਕ ਸਟੇ ਆਰਡਰ ਇਸ਼ੂ ਕਰ ਰੱਖਿਆ ਹੈ ਬਿਕਾਜ਼ ਆਫ ਦ ਕੋਵਿਡ-19, ਬਟ ਐਜ਼ ਆਈ ਮੈਂਸ਼ਨ ਯੂ ਦ ਮੋਮੈਂਟ ਜੋ ਇਨਫੋਰਮੇਸ਼ਨ ਜਿੱਦਾਂ ਜਿੱਦਾਂ ਕਰੋਨਾ ਦੀ ਸਿਚੁਏਸ਼ਨ ਬੈਟਰ ਹੁੰਦੀ ਜਾਏਗੀ, that stay will be removed and then they're gonna ਉਹ ਆਪਣਾ ਰਿਜ਼ਿਊਮ ਕਰਨਗੇ ਡੈਪੂਟੇਸ਼ਨ ਆਰਡਰਸ। ਤੇ ਅਗੇਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਕੋਈ ਵੀ ਡਿਸੀਜਨ ਤੁਹਾਨੂੰ ਇੱਕ ਤਾਂ ਡੈਪੂਟੇਸ਼ਨ ਆਰਡਰ ਤੇ ਲੈ ਕੇ ਜਾ ਸਕਦਾ ਹੈ, ਸੈਕੰਡ ਥਿੰਗ ਇਜ਼ ਤੁਹਾਡੀ ਵਾਪਸੀ ਆਣੀ ਕੈਨੇਡਾ 'ਚ ਬਹੁਤ ਡਿਫਿਕਲਟ ਕਰ ਸਕਦਾ ਹੈ। ਤੇ ਇਸ ਕਰਕੇ ਬਹੁਤ ਸੀਰੀਅਸ ਇਹਨੂੰ ਕੰਸੀਡਰ ਕੀਤਾ ਜਾਏ, ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੇ ਅਨਕੁਆਲੀਫਾਈਡ ਪਰਸਨ ਨਾਲ ਕਦੇ ਵੀ ਵਰਕ ਨਹੀਂ ਕਰਨਾ ਚਾਹੀਦਾ ਇਸ ਮੈਟਰ ਦੇ ਰਿਲੇਟਡ। ਐਂਡ ਦੂਜੀ ਥਿੰਗ ਇਜ਼ ਫੈਡਰਲ ਕੋਰਟ 'ਚ ਜੋ ਅਪੀਲ ਹੁੰਦੀ ਹੈ ਉਹ ਅਗੇਨ ਉਹਦੇ ਸਟੈਪ ਬਾय ਸਟੈਪ ਪ੍ਰੋਸੈਸ ਹੁੰਦੀ ਹੈ। ਇੱਕ ਕੋਈ ਨਾਰਮਲ ਲੇ ਪਰਸਨ ਉਹਨੂੰ ਇਨਫੋਰਮੇਸ਼ਨ ਨੂੰ ਐਕਸੈਸ ਨਹੀਂ ਕਰ ਸਕਦਾ, ਸਬਮਿਟ ਨਹੀਂ ਕਰ ਸਕਦਾ। ਡਿਪੈਂਡਿੰਗ ਅਪਨ ਤੁਸੀਂ ਕਿੱਥੇ ਹੋ ਉਹਦੇ ਅਕੋਰਡਿੰਗਲੀ ਵੀ ਉਹ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਹੈ। ਤੇ ਮੋਸਟ ਆਫ ਦਾ ਟਾਈਮ ਜੋ ਸਭ ਤੋਂ ਇੰਪੋਰਟੈਂਟ ਥਿੰਗ ਹੈਗੀ ਹੈ, ਹਰ ਕੇਸ ਯੂਨੀਕ ਹੁੰਦਾ ਹੈ, ਹਰ ਰਿਸੋਰਸਿਸ ਯੂਨੀਕ ਹੁੰਦੀ ਹੈ ਅਤੇ ਹਰ ਸਿਚੁਏਸ਼ਨ ਯੂਨੀਕ ਹੁੰਦੀ ਹੈ। ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਗਾਈਡੈਂਸ ਲਓ। ਜੀ ਮਨਦੀਪ ਜੀ, ਬਹੁਤੀ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਕੋਈ ਵਰਕ ਪਰਮਿਟ ਤੇ ਇੱਥੇ ਹੁੰਦਾ ਜਾਂ ਸਟੂਡੈਂਟ ਇੱਥੇ ਹੁੰਦਾ ਤੇ ਬੈਕ ਹੋਮ ਉਹਨਾਂ ਤੇ ਕ੍ਰਿਮੀਨਲ ਚਾਰजेस ਹੁੰਦੇ ਨੇ। ਜੇਕਰ ਉਹਨਾਂ ਦੀ PCC ਜਿਹੜੀ ਉਹ ਕਲੀਅਰ ਨਹੀਂ ਹੋ ਪਾਉਂਦੀ ਤਾਂ ਕੀ ਉਹ ਇੱਥੇ ਅਪੀਲ ਕਰ ਸਕਦੇ ਨੇ ਕੋਈ ਇੱਦਾਂ ਦੀ?
ਦੀ ਪਹਿਲੀ ਚੀਜ਼ ਹੈਗੀ ਜਿੱਦਾਂ ਮੈਂ ਦੁਬਾਰਾ ਆਪਣੇ ਪ੍ਰੀਵੀਅਸ ਐਪੀਸੋਡ ਤੇ ਮੈਟਰ ਤੇ ਜਾਵਾਂਗਾ। ਉਹ ਮੈਟਰ ਹੁੰਦਾ ਹੈ ਕ੍ਰਿਮੀਨਲ ਇਨਐਡਮਿਸਿਬਿਲਿਟੀ। ਠੀਕ ਹੈ ਜੀ, ਉਹਦੇ ਵਾਸਤੇ ਤੁਸੀਂ ਅਪੀਲ ਨਹੀਂ ਲਾ ਸਕਦੇ, ਉਹਨੂੰ ਤੁਸੀਂ ਓਵਰਕਮ ਕਰਨ ਵਾਸਤੇ ਸਬਮਿਸ਼ਨਸ ਕਰ ਸਕਦੇ ਹੋ। ਠੀਕ ਹੈ ਜੀ, ਤੇ ਮੋਸਟ ਆਫ ਦਾ ਟਾਈਮ ਡਿਪੈਂਡਿੰਗ ਅਪਨ ਕਿ ਤੁਹਾਡੇ ਸਰਕਮਸਟੈਂਸਸ ਕੀ ਸੀ, ਕਿੰਨਾ ਟਾਈਮ ਹੋ ਗਿਆ, ਇੱਕ ਪ੍ਰੋਸੈਸ ਹੁੰਦੀ ਉਹਨੂੰ ਕਹਿੰਦੇ ਕ੍ਰਿਮੀਨਲ ਰੀਹੈਬਿਲਿਟੇਸ਼ਨ ਐਪਲੀਕੇਸ਼ਨ। ਉਹ ਸਪੈਸੀਫਿਕ ਐਪਲੀਕੇਸ਼ਨ ਹੈਗੀ ਹੈ, ਉਹ ਸਰਟਨ ਸਿਚੁਏਸ਼ਨ ਤੇ ਤੁਸੀਂ ਲਾ ਸਕਦੇ ਹੋ। ਅਗਰ ਤੁਸੀਂ ਇਮੀਗ੍ਰੇਸ਼ਨ ਕੈਨੇਡਾ ਤੁਹਾਨੂੰ ਉਹਦਾ ਪੋਜ਼ਿਟਿਵ ਰਿਜ਼ਲਟ ਦਿੰਦੀ ਹੈ, then even irrespectively ਤੁਹਾਡੇ ਕੋਲ ਕ੍ਰਿਮੀਨਲ ਚਾਰजेस ਹੈਗੇ ਆ, you are still qualified to apply for permanent residence। again ਅਗਰ ਕੋਈ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ, contact the appropriate persons right away ਤਾਂ ਕਿ ਇਹ ਪ੍ਰੋਸੈਸ ਨੂੰ ਸਟਾਰਟ ਕੀਤਾ ਜਾਏ, ਕਿਉਂਕਿ ਰੀਹੈਬਿਲਿਟੇਸ਼ਨ ਐਪਲੀਕੇਸ਼ਨ ਆਰ ਵੈਰੀ ਬਹੁਤ ਲੰਬਾ ਟਾਈਮ ਪ੍ਰੋਸੈਸ ਹੁੰਦਾ ਹੈ ਤੇ ਕਾਫੀ ਕੰਪਲਿਕੇਟਡ ਐਪਲੀਕੇਸ਼ਨ ਹੁੰਦੀ ਜਿਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ ਇਮੀਗ੍ਰੇਸ਼ਨ ਕੈਨੇਡਾ ਨੂੰ ਤਾਂ ਕਿ ਉਹ ਇਨਫੋਰਮ ਡਿਸੀਜਨ ਮੇਕ ਕਰ ਸਕਣ। ਜੀ ਮਨਦੀਪ ਜੀ, ਸਵਾਲ ਅਜੇ ਹੋਰ ਵੀ ਨੇ, ਪਰ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਦੇਖਦੇ ਰਹੋ ਦ ਇਮੀਗ੍ਰੇਸ਼ਨ ਸ਼ੋ।